ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਟੂਡੈਂਟਸ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ MOP ਦਾ ਫਸਟ ਚੈਪਟਰ ਸ਼ੁਰੂ ਕੀਤਾ ਐਂਡ ਫਸਟ ਆਫ ਆਲ ਆਪਾਂ MOP ਦਾ ਮੀਨਿੰਗ ਪੜ੍ਹਿਆ ਸੀ ਕਿ MOP ਕੀ ਹੁੰਦੀ ਹੈ ਐਂਡ ਸੈਕਿੰਡ ਵੀ ਹੈਵ ਡਿਸਕਸ ਅਬਾਊਟ ਦ ਆਫਿਸ ਕਿ ਮਾਡਰਨ ਆਫਿਸ ਕਿੱਦਾਂ ਦੇ ਹੁੰਦੇ ਨੇ ਐਂਡ ਫਸਟ ਚੈਪਟਰ ਦਾ ਕੀ ਹੈ ਦ ਮਾਡਰਨ ਆਫਿਸਿਸ, ਠੀਕ ਹੈ। ਐਂਡ ਥਰਡ ਥਿੰਗ ਵੀ ਹੈਵ ਡਨ ਦ ਐਵੋਲਿਊਸ਼ਨ ਆਫ ਆਫਿਸਿਸ ਐਂਡ ਨਾਓ ਵੀ ਵਿਲ ਡੂ ਵਟ ਆਰ ਦ ਰੀਸੈਂਟ ਟਰੈਂਡਸ ਇਨ ਆਫਿਸ। ਬੱਚੇ ਰੀਸੈਂਟ ਟਰੈਂਡਸ ਦਾ ਮਤਲਬ ਹੁੰਦਾ ਹੈ ਕਿ ਪੁਰਾਣੇ ਆਫਿਸਿਸ ਦੇ ਨਾਲੋਂ ਜਿਹੜੇ ਨਵੇਂ ਆਫਿਸਿਸ ਆ ਉਹਨਾਂ ਵਿੱਚ ਕਿਹੜੀਆਂ ਨਿਊ ਟੈਕਨੀਕਸ ਆਈਆਂ, ਠੀਕ ਹੈ। ਕਿ ਨਿਊ ਟੈਕਨੀਕਸ ਕਿਹੜੀਆਂ ਆਈਆਂ ਜਾਂ ਕੀ ਨਵਾਂ ਆਇਆ ਜਿਹਦੇ ਨਾਲ ਕਿ ਪੁਰਾਣੇ ਆਫਿਸਿਸ ਦੇ ਨਾਲੋਂ ਨਿਊ ਆਫਿਸਿਸ ਚੇਂਜਸ ਹੋਏ, ਠੀਕ ਹੈ। ਸੋ ਫਸਟ ਆਫ ਆਲ ਦੇਖੋ ਜਿੱਦਾਂ ਬੁੱਕ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਰੀਸੈਂਟ ਟਰੈਂਡਸ ਦੇ ਵਿੱਚ ਕਿ ਆਫਿਸ ਦੇ ਵਿੱਚ ਜੋ ਪੁਰਾਣੇ ਆਫਿਸਿਸ ਦੇ ਨਾਲੋਂ ਨਵੇਂ ਆਫਿਸਿਸ ਦੇ ਵਿੱਚ ਕਿਹੜੀਆਂ ਨਿਊ ਇਨੋਵੇਸ਼ਨਸ ਆਈਆਂ, ਨਿਊ ਟੈਕਨੀਕਸ ਆਈਆਂ, ਠੀਕ ਹੈ। ਐਂਡ ਆਫਿਸ ਦੇ ਵਿੱਚ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਹੁਣ ਫਸਟ ਆਫ ਆਲ ਕਹਿੰਦਾ ਫਸਟ ਆਫ ਆਲ ਆਫਿਸਿਸ ਦੇ ਵਿੱਚ ਕੀ ਹੋਣਾ ਚਾਹੀਦਾ, ਮੈਕਨਾਈਜੇਸ਼ਨ ਐਂਡ ਕੰਪਿਊਟਰਾਈਜੇਸ਼ਨ। ਇਹਦੇ ਵਿੱਚ ਉਹੀ ਗੱਲ ਕਹਿ ਰਿਹਾ ਹੈ ਕਿ ਪੁਰਾਣੇ ਆਫਿਸਿਸ ਦੇ ਵਿੱਚ ਸਾਰਾ ਕੰਮ ਕੀ ਕਰਦੇ ਹੁੰਦੇ ਸੀ, ਮੈਨੂਅਲੀ ਦਾ ਮਤਲਬ ਹੁੰਦਾ ਸੀ ਕਿ ਵਰਕਰਸ ਆਪਣੇ ਆਪ ਕਰਦੇ ਹੁੰਦੇ ਸੀ, ਠੀਕ ਹੈ। ਲੇਬਰ ਆਪਣੇ ਆਪ ਵਰਕ ਕਰਦੀ ਹੁੰਦੀ ਅਤੇ ਲੇਬਰ ਨੂੰ ਰਿਪਲੇਸ ਕਿਹੜੀ ਚੀਜ਼ ਨੇ ਕੀਤਾ, ਮਸ਼ੀਨਸ ਨੇ। ਐਂਡ ਯੂ ਸ਼ੁੱਡ ਨੋ ਦੈਟ ਕਿ ਜਦੋਂ ਲੇਬਰ ਜੇ 10 ਜਾਣੇ ਉਹ ਵਰਕ ਨੂੰ ਕਰਦੇ ਆ ਅਤੇ ਮਸ਼ੀਨ 10 ਜਾਣਿਆਂ ਦਾ ਕੰਮ ਇਕੱਲੀ ਕਰ ਸਕਦੀ ਹੈ, ਠੀਕ ਹੈ। ਸੋ ਨਵੇਂ ਆਫਿਸਿਸ ਦੇ ਵਿੱਚ ਨਿਊ ਆਫਿਸਿਸ ਦੇ ਵਿੱਚ ਜਦੋਂ ਆਪਾਂ ਕਹਿ ਦਈਏ ਪੁਰਾਣੇ ਆਫਿਸਿਸ ਦੇ ਨਾਲੋਂ ਨਿਊ ਆਫਿਸਿਸ ਦੇ ਵਿੱਚ ਕੰਪਿਊਟਰਸ ਨੂੰ ਰਿਪਲੇਸ ਕੀਤਾ ਹੈ, ਵਰਕਰਸ ਨੂੰ ਰਿਪਲੇਸ ਕੀਤਾ ਹੈ ਕਿੰਨੇ, ਕੰਪਿਊਟਰਸ ਨੇ। ਕਿਉਂਕਿ ਕੰਪਿਊਟਰਸ ਦੇ ਵਿੱਚ ਪਹਿਲਾਂ ਜਿਹੜਾ ਕੰਮ ਸੀ ਉਹ ਸਾਰੇ ਕੌਣ ਕਰਦੇ ਹੁੰਦੇ ਸੀ, ਜਿਹਦਾ ਰਜਿਸਟਰ ਮੇਨਟੇਨ ਕਰਨੇ ਆਫਿਸ ਦੇ ਵਿੱਚ ਕਿ ਅਟੈਂਡੈਂਸ ਲਗਾਉਣੀ ਹਰ ਇੱਕ ਪਰਸਨ ਦੀ, ਜਿਹੜੇ ਲੇਬਰ ਆਉਂਦਾ ਆ, ਠੀਕ ਹੈ। ਫਿਰ ਉਹਨਾਂ ਨੂੰ ਵੇਜਿਸ ਦੇਣੇ ਆ, ਇਹ ਸਾਰਾ ਕੁਝ ਕਿਹਦੇ ਉੱਤੇ ਰਿਕਾਰਡ ਹੁੰਦਾ ਸੀ, ਰਜਿਸਟਰਸ ਉੱਤੇ। ਬਟ ਇਹ ਹੁਣ ਅੱਜ ਕੱਲ੍ਹ ਜਿਹੜੇ ਨਿਊ ਆਫਿਸਿਸ ਦੇ ਵਿੱਚ ਸਾਰਾ ਕੁਝ ਰਿਕਾਰਡ ਕਿਹਦੇ ਉੱਤੇ ਹੁੰਦਾ, ਥਰੂ ਕੰਪਿਊਟਰਾਈਜੇਸ਼ਨ। ਸੋ ਕੰਪਿਊਟਰ ਵਰਕਰਸ ਨੂੰ ਰਿਪਲੇਸ ਕੀਤਾ ਹੈ ਕੰਪਿਊਟਰਸ ਨੇ। ਸੋ ਨਿਊ ਆਫਿਸਿਸ ਦੇ ਵਿੱਚ ਕੀ ਹੁੰਦਾ ਹੈ, ਫਸਟ ਆਫ ਆਲ ਕੰਪਿਊਟਰਾਈਜੇਸ਼ਨ ਆ ਗਈ। ਸੈਕਿੰਡ ਥਿੰਗ ਇਜ਼ ਦੈਟ ਦਾ ਪੇਪਰਲੈਸ ਵਰਕ। ਦੇਖੋ ਹੁਣ ਬੱਚੇ ਪੇਪਰਲੈਸ ਵਰਕ ਤੇ ਆਪਣੇ ਆਪ ਹੋਇਆ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਹਰ ਇੱਕ ਵਰਕ ਸੀ ਜਿਹੜਾ ਉਹ ਕੌਣ ਕਰਦਾ ਹੁੰਦਾ ਸੀ, ਲੇਬਰ ਕਰਦੀ ਹੁੰਦੀ ਸੀ। ਅਤੇ ਕਾਹਦੇ ਉੱਤੇ ਕਰਦੀ ਹੁੰਦੀ ਸੀ, ਇਨ ਰਜਿਸਟਰਸ। ਹਰ ਇੱਕ ਰਿਕਾਰਡ ਬਣਾਉਂਦੀ ਹੁੰਦੀ ਸੀ ਕਾਹਦੇ ਉੱਤੇ, ਰਜਿਸਟਰਸ ਦੇ ਉੱਤੇ। ਬਟ ਹੁਣ ਵਿਦ ਦ ਇਸਟੈਬਲਿਸ਼ਮੈਂਟ ਆਫ ਕੰਪਿਊਟਰਸ ਹਰ ਇੱਕ ਡਾਟਾ ਸਟੋਰ ਕਿਹਦੇ ਉੱਤੇ ਆ, ਆਪਾਂ ਐਕਸਲ ਦੇ ਵਿੱਚ ਤੁਸੀਂ ਦੇਖੋ ਜੇ ਕਦੀ ਕੰਪਿਊਟਰ ਯੂਜ਼ ਕੀਤਾ ਹੋਵੇ, ਉੱਦਾਂ ਜਦੋਂ ਤੁਸੀਂ ਆਪਣੇ ਟੋਟਲ ਮਾਰਕਸ ਕੱਢਣੇ ਹੋਣ ਤਾਂ ਆਪਾਂ ਕੀ ਕਰੀਦਾ ਹੈ, ਰਜਿਸਟਰ ਫੜੀ ਦਾ ਜਾਂ ਕਾਪੀ ਫੜੀ ਦੀ, ਉਹਦੇ ਉੱਤੇ ਟੋਟਲ ਕਰਕੇ ਪਰਸੈਂਟੇਜ ਕੱਢੀ ਦੀ। ਬਟ ਜੇ ਤੁਸੀਂ ਕਦੇ ਦੇਖਿਆ ਹੋਵੇ ਐਕਸਲ ਦੀ ਸ਼ੀਟ ਖੋਲਾਂਗੇ ਨਾ, ਜਦੋਂ ਆਪਾਂ ਐਕਸਲ ਦੀ ਸ਼ੀਟ ਖੋਲ੍ਹਦੇ ਹਾਂ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਸਾਰਾ ਭਾਵੇਂ ਤੁਸੀਂ 100 ਬੰਦੇ ਦੀ ਪਰਸੈਂਟੇਜ ਕੱਢ ਲਓ, ਇੱਕ ਕਲਿੱਕ ਦੇ ਨਾਲ ਇੱਕ ਫਾਰਮੂਲਾ ਲਾਈਦਾ, ਸਾਰਿਆਂ ਦੀ ਪਰਸੈਂਟੇਜ ਨਿਕਲ ਆਉਂਦੀ। ਸੋ ਇਹਦਾ ਮਤਲਬ ਇਹ ਹੈ ਕਿ ਵਿਦ ਐਡਵਾਂਸਮੈਂਟ ਆਫ ਕੰਪਿਊਟਰਾਈਜੇਸ਼ਨ ਪੇਪਰਲੈਸ ਵਰਕ ਖਤਮ ਹੋ ਗਿਆ। ਮਤਲਬ ਜਿਹੜਾ ਕੰਮ ਆਪਾਂ ਪਹਿਲਾਂ ਪੇਪਰਸ ਦੇ ਉੱਤੇ, ਰਜਿਸਟਰਸ ਉੱਤੇ ਕਰੀਦਾ ਹੁੰਦਾ ਸੀ, ਉਹ ਹੁਣ ਖਤਮ ਹੋ ਗਿਆ, ਸਿਰਫ ਕਿਹਦੇ ਉੱਤੇ ਹੋ ਗਿਆ, ਕੰਪਿਊਟਰਸ ਦੇ ਉੱਤੇ ਹੋ ਗਿਆ। ਸੋ ਇਹਦਾ ਮਤਲਬ ਇਹ ਹੈ ਕਿ ਆਪਾਂ ਨੂੰ ਹੁਣ ਬਾਰ-ਬਾਰ ਕਾਪੀਆਂ ਨਹੀਂ ਭਰਨੀਆਂ ਪੈਂਦੀਆਂ, ਆਪਾਂ ਸਾਰਾ ਕੰਮ ਕਿਹਦੇ ਉੱਤੇ ਕਰ ਸਕਦਾ, ਆਫਿਸ ਦੇ ਵਿੱਚ ਵਰਕਰਸ ਕਾਹਦੇ ਉੱਤੇ ਸਾਰਾ ਕੰਮ ਕਰ ਸਕਦੇ ਆ, on computers, ਠੀਕ ਹੈ। ਹੁਣ ਥਰਡ ਵਨ ਇਜ਼ ਦਾ ਮੋਬਾਈਲ ਆਫਿਸਿਸ ਦਾ ਮਤਲਬ ਦੇਖੋ, ਟੂਡੇ ਦਾ ਜੋਬ ਆਫ ਦਾ ਆਫਿਸ ਮੈਨੇਜਰ ਇਜ਼ ਨੋ ਮੋਰ ਕਨਫਾਈਨਡ ਟੂ ਫਿਕਸ ਟਾਈਮ ਐਂਡ ਪਲੇਸ। ਕਹਿੰਦੇ ਆ ਕਿ ਓਬਵੀਅਸਲੀ ਕਹਿੰਦੇ ਕਿ ਹੁਣ ਅੱਜ ਕੱਲ੍ਹ ਉਹ ਬਿਜ਼ਨਸ ਨਹੀਂ ਆ, ਆਫਿਸ ਨਹੀਂ ਆ ਕਿ ਜਿਹਦੇ ਵਿੱਚ ਸਿਰਫ 9 ਵਜੇ ਜਾਣਾ ਅਤੇ 5 ਵਜੇ ਤੁਹਾਡਾ ਕੰਮ ਖਤਮ। ਕਹਿੰਦੇ ਕਿ ਹੁਣ ਤੁਸੀਂ 24 ਆਵਰਸ ਦੀ ਬਿਜ਼ਨਸ ਕਰਦੇ ਜੋ। ਫੋਰ ਐਗਜ਼ਾਮਪਲ ਜਿੱਦਾਂ ਐਮਾਜ਼ੋਨ ਆ, ਫਲਿੱਪਕਾਰਟ, ਇਹ ਥੋੜ੍ਹੀ ਕਹਿੰਦੀ ਆ ਕਿ ਸਾਡਾ ਵਰਕਿੰਗ ਆਵਰਸ ਕੀ ਆ, 5 ਤੋਂ 9 ਹੀ ਆ, 9 ਤੋਂ 5 ਆ, ਠੀਕ ਹੈ। ਤੁਸੀਂ ਉਹਨਾਂ ਨੂੰ ਰਾਤ ਦੇ 12 ਵਜੇ ਵੀ ਕਹੋਗੇ ਨਾ ਕਿ ਸਾਨੂੰ ਵੀ ਅਸੀਂ ਆਹ ਪ੍ਰੋਡਕਟ ਲੈਣਾ ਹੈ, ਅਤੇ ਉਹ ਤੁਹਾਨੂੰ ਕਹਿ ਦੇਣਗੇ ਕਿ ਤੁਹਾਨੂੰ ਇੰਨੇ ਦਿਨਾਂ ਤੱਕ ਉਹਦੀ ਡਿਲੀਵਰੀ ਮਿਲ ਜੂਗੀ। ਸੋ ਮੋਬਾਈਲ ਆਫਿਸਿਸ, ਇਹਦਾ ਮਤਲਬ ਇਹ ਹੈ ਕਿ ਅੱਜ ਕੱਲ੍ਹ ਜਿਹੜੇ ਬਿਜ਼ਨਸ ਆ ਉਹ ਕਿਹਦੇ 'ਤੇ ਡਿਪੈਂਡ ਹੋ ਗਏ ਆ, ਆਫਿਸਿਸ ਕਿਹਦੇ ਉੱਤੇ ਡਿਪੈਂਡ ਹੋ ਗਏ ਆ, ਮੋਬਾਈਲ ਦੇ ਉੱਤੇ। ਤੁਸੀਂ ਇੱਕ ਕਲਿੱਕ ਦੇ ਨਾਲ ਸਾਰਾ ਕੰਮ ਕਰ ਸਕਦੇ ਹੋ। ਫੋਰ ਐਗਜ਼ਾਮਪਲ ਤੁਹਾਨੂੰ ਹੁਣ ਸਕੂਲ ਜਾਣ ਦੀ ਲੋੜ ਹੀ ਨਹੀਂ ਪੈਂਦੀ, ਠੀਕ ਹੈ। ਮਾਡਰਨਾਈਜੇਸ਼ਨ ਇਹ ਆਈ ਹੈ ਆਫਿਸਿਸ ਦੇ ਵਿੱਚ ਕਿ ਤੁਸੀਂ ਵੇਖੋ ਤੁਹਾਡੇ ਸਕੂਲ ਦੇ ਵਿੱਚ ਤੁਹਾਨੂੰ ਜਾ ਕੇ ਪੜ੍ਹਨਾ ਥੋੜ੍ਹੀ ਪੈਂਦਾ, ਤੁਸੀਂ ਕਾਹਦੇ ਨਾਲ ਪੜ੍ਹਨ ਦੇ ਜੋ, ਮੋਬਾਈਲ ਦੇ ਨਾਲ। ਸੋ ਮੋਬਾਈਲ ਦੇ ਇੱਕ ਕਲਿੱਕ ਦੇ ਨਾਲ ਤੁਹਾਨੂੰ ਟੀਚਰ ਨੇ ਜਿਹੜਾ ਸਬਜੈਕਟ ਪਾਤਾ ਹੈ, ਜਿਹੜਾ ਟੌਪਿਕ ਪਾਤਾ, ਤੁਸੀਂ ਉਹ ਕੀ ਕਰ ਸਕਦੇ ਜੋ, ਰਾਤ ਦੇ 12 ਵਜੇ ਵੀ ਖੋਲ੍ਹ ਕੇ ਉਹਨੂੰ ਕੀ ਕਰ ਸਕਦੇ ਹੋ, ਦੇਖ ਸਕਦੇ ਜੋ। ਸੋ ਇਹ ਵੀ ਕੀ ਆ ਗਿਆ, ਨਵਾਂ ਟਰੈਂਡ ਆ ਗਿਆ, ਠੀਕ ਹੈ। ਨੈਕਸਟ ਵਨ ਇਜ਼ ਦ ਇਨਫੋਰਮੇਸ਼ਨ ਟੈਕਨੋਲੋਜੀ। ਕਹਿੰਦੇ ਆ ਕਿ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਬੱਚੇ ਫਸਟ ਆਫ ਆਲ ਦੇਖੋ, ਦ ਸਵੀਪਿੰਗ ਵੇਵਸ ਆਫ ਇਨਫੋਰਮੇਸ਼ਨ ਟੈਕਨੋਲੋਜੀ ਰੈਵੋਲੂਸ਼ਨ ਦੈਟ ਦ world has experienced in the last decade of 20th century have significantly influenced the office functioning. With this, the means of communication have been transformed when internets are dominating the business operations. Now traditional post system is replaced by fax and emails. ਬੱਚੇ ਇਨਫੋਰਮੇਸ਼ਨ ਟੈਕਨੋਲੋਜੀ ਦਾ ਤੁਹਾਨੂੰ ਇਹ ਪਤਾ ਹੈ ਕਿ ਪਹਿਲਾਂ ਤੁਸੀਂ ਹਰ ਇੱਕ ਨੂੰ ਚਿੱਠੀ ਲਿਖਦੇ ਹੁੰਦੇ ਸੀ। ਵਿਦ ਐਡਵਾਂਸਮੈਂਟ ਆਫ ਟਾਈਮ ਤੁਸੀਂ ਕੀ ਕਰਨਾ ਸ਼ੁਰੂ ਕਰਦਾ, ਚਿੱਠੀ ਨਹੀਂ ਲਿਖਦੇ, ਕੀ ਕਰਦੇ ਜੋ,
ਫੈਕਸ ਕਰਦੇ ਜੋ ਜਾਂ ਈਮੇਲਸ ਕਰ ਦਿੰਦੇ ਜੋ, ਠੀਕ ਆ, ਜਾਂ PDFs ਬਣਾ ਕੇ ਸੈਂਡ ਕਰ ਦਿੰਦੇ। ਸੋ ਕਹਿੰਦੇ ਆ ਕਿ ਨਵੇਂ ਆਫਿਸਿਸ ਦੇ ਵਿੱਚ ਤੁਸੀਂ ਹਰ ਇੱਕ ਆਫਿਸ ਨੂੰ ਦੂਜੇ ਆਫਿਸ ਨੂੰ ਚਿੱਠੀ ਪਾ ਕੇ ਕੰਮ ਨਹੀਂ ਕਰਵਾਉਣਾ। ਕਿੱਦਾਂ ਕੰਮ ਕਰਵਾਉਣਾ? ਬਾਏ ਥਰੂ ਮੇਲ। ਫੋਰ ਐਗਜ਼ਾਮਪਲ ਬੋਰਡ ਵੱਲੋਂ ਕੋਈ ਵੀ ਇੰਸਟਰਕਸ਼ਨਸ ਆਉਂਦੀਆਂ ਤੇ ਬੋਰਡ ਤੁਹਾਡੇ ਸਕੂਲ ਨੂੰ ਇਹ ਥੋੜ੍ਹੀ ਜਾ ਕੇ ਚਿੱਠੀ ਪਾ ਕੇ ਕਰਦਾ ਜਾਂ ਲੈਟਰ ਪਾ ਕੇ ਕਰਦਾ। ਉਹ ਕਿੱਦਾਂ ਕਰਦੇ ਨੇ? ਈਮੇਲ ਭੇਜ ਦਿੰਦੇ ਨੇ ਤੁਹਾਡੇ ਸਕੂਲ ਦੇ ਵੈਬਸਾਈਟ 'ਤੇ ਤੁਹਾਡੇ ਸਕੂਲ ਉੱਥੋਂ ਦੇਖ ਕੇ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਿੰਦੇ, ਠੀਕ ਹੈ। ਐਂਡ 5th ਵਨ ਇਜ਼ ਦ ਇਨਕਰੀਜ਼ਿੰਗ ਇੰਪੋਰਟੈਂਸ ਆਫ ਆਫਿਸ ਮੈਨੇਜਮੈਂਟ। ਬੱਚੇ ਆਫਿਸ ਮੈਨੇਜਮੈਂਟ ਦਾ ਮਤਲਬ ਹੁੰਦਾ ਕਿ ਆਫਿਸ ਨੂੰ ਮੈਨੇਜ ਕਿੱਦਾਂ ਕਰਨਾ, ਠੀਕ ਹੈ। ਜਿੱਦਾਂ ਆਪਾਂ ਉਹਦੇ ਵਿੱਚ ਵੀ ਪੜ੍ਹ ਰਹੇ ਹਾਂ, ਆਫਿਸ ਮੈਨੇਜਮੈਂਟ ਦਾ ਮਤਲਬ ਹੁੰਦਾ ਵਾ ਕਿ ਮੈਨੇਜਮੈਂਟ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਮੈਨੇਜ ਕਿੱਦਾਂ ਕਰਨਾ, ਆਫਿਸ ਨੂੰ ਮੈਨੇਜ ਕਿੱਦਾਂ ਕਰਨਾ। ਟੂਡੇ ਹੈਵੀ ਰੈਂਟਸ ਆਰ ਪੇਡ ਟੂ ਲੋਕੇਟ ਦ ਆਫਿਸਿਸ ਐਟ ਪੋਸ਼ ਲੋਕੈਲਿਟੀ ਆਫ ਦ ਟਾਊਨ ਐਂਡ ਹਿਊਜ ਇਨਵੈਸਟਮੈਂਟਸ ਆਰ ਮੇਡ in furniture and fitting to give it an aesthetic touch. Qualified professional managers are employed to supervise various office routines and procedures। ਬੱਚੇ ਇਹਦੇ ਵਿੱਚ ਕਹਿ ਰਿਹਾ ਹੈ ਕਿ ਆਫਿਸ ਨੂੰ ਮੈਨੇਜ ਕਰਨੀ ਇਹ ਨਹੀਂ ਹੈ ਕਿ ਤੁਸੀਂ ਜਿੱਥੇ ਖੋਲ੍ਹਿਆ। ਹੁਣ ਦੇਖੋ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇਹਦੇ ਵਿੱਚ ਐਗਜ਼ਾਮਪਲ ਦਿੰਦੀ ਹਾਂ ਕਿ ਕੋਈ ਵੀ ਇੱਕ ਸ਼ੌਪ ਆ, ਤੁਸੀਂ ਮੰਨ ਕੇ ਚਲੋ ਕਰਿਆਨਾ ਸ਼ੌਪ ਹੀ ਆ, ਕਰਿਆਨਾ ਸ਼ੌਪ ਜਾਂ ਫੋਰ ਐਗਜ਼ਾਮਪਲ ਤੁਸੀਂ ਕਰਿਆਨਾ ਸ਼ੌਪ ਹੀ ਲਾ ਕੇ ਚੱਲੋ ਕਿ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਤੁਸੀਂ ਇੱਕ ਵਧੀਆ ਲੋਕੈਲਿਟੀ 'ਚ ਪਾਈ ਹੋਏਗੀ, ਜਿਹੜੀ ਤੁਸੀਂ ਆਪਣੇ ਪਿੰਡ ਦੇ ਵਿੱਚ ਇੱਕ ਸ਼ੌਪ ਪਾਈ ਆ ਅਤੇ ਜਾਂ ਤੁਸੀਂ ਜੰਡਿਆਲੇ ਦੇ ਵਿੱਚ ਪਾਈ ਹੈ ਜਾਂ ਅੰਮ੍ਰਿਤਸਰ ਦੇ ਵਿੱਚ, ਕਿਹੜੀ ਜ਼ਿਆਦਾ ਚੱਲੇਗੀ? ਓਬਵੀਅਸਲੀ ਜਿੱਥੇ ਲੋਕ ਜ਼ਿਆਦਾ ਨੇ। ਜ਼ਿਆਦਾ ਲੋਕ ਕਿੱਥੇ ਨੇ? ਅੰਮ੍ਰਿਤਸਰ ਜਾਂ ਜੰਡਿਆਲੇ ਦੇ ਵਿੱਚ। ਸੋ ਕਹਿੰਦੇ ਕਿ ਇਹ ਬਹੁਤ ਤੁਸੀਂ ਐਸੈਂਸ਼ੀਅਲ ਇੱਕ ਤੁਸੀਂ ਡਿਸੀਜਨ ਲੈਣਾ ਹੁੰਦਾ ਹੈ ਕਿ ਤੁਸੀਂ ਆਪਣੀ ਲੋਕੈਲਿਟੀ ਕਿਹੜੀ ਡਿਸਾਈਡ ਕਰੋਗੇ। ਲੋਕੈਲਿਟੀ ਦਾ ਮਤਲਬ ਕਿ ਜਿੱਥੇ ਵੱਧ ਤੋਂ ਵੱਧ ਲੋਕ ਆਉਣ। ਸੋ ਤੁਹਾਨੂੰ ਉਹ ਲੋਕੈਲਿਟੀ ਲੈਣੀ ਚਾਹੀਦੀ, ਉੱਥੇ ਆਫਿਸ ਬਣਾਉਣਾ ਚਾਹੀਦਾ ਵਾ ਕਿ ਜਿੱਥੇ ਵੱਧ ਤੋਂ ਵੱਧ ਲੋਕ ਆਉਣ ਅਤੇ ਤੁਹਾਡੇ ਤੋਂ ਸਮਾਨ ਬਾਏ ਕਰਨ, ਠੀਕ ਹੈ। ਤਾਂ ਕਹਿੰਦੇ ਦੂਜੀ ਥਿੰਗ ਇਹ ਹੈ ਕਿ ਤੁਹਾਡੀ ਜਿਹੜੀ ਲੋਕੈਲਿਟੀ ਜਿੱਥੇ ਤੁਸੀਂ ਬਣਾਇਆ ਵਾ ਉੱਥੋਂ ਦਾ ਫਰਨੀਚਰ ਅਤੇ ਐਂਡ ਫਿਟਿੰਗਸ। ਫਰਨੀਚਰ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਫਰਨੀਚਰ ਕਿ ਹਰ ਇੱਕ ਚੀਜ਼ ਬੈਸਟ ਹੋਣੀ ਚਾਹੀਦੀ ਹੈ ਕਿ ਜਿਹੜੇ ਤੁਸੀਂ ਕਾਊਂਟਰ ਬਣਾਇਆ ਉਹ ਵੀ ਬੈਸਟ ਹੋਣਾ ਚਾਹੀਦਾ ਹੈ, ਠੀਕ ਹੈ। ਤੁਸੀਂ ਕਰਿਆਨਾ ਜਿਹੜੀਆਂ ਚੀਜ਼ਾਂ ਸਮਾਨ ਰੱਖਿਆ ਉਹ ਵੀ ਫਰਨੀਚਰ ਵਧੀਆ ਹੋਣਾ ਚਾਹੀਦਾ ਜਿੱਥੇ ਸਾਰਾ ਸਮਾਨ ਤੁਸੀਂ ਪ੍ਰੋਵਾਈਡ ਕਰਦੇ ਜੋ, ਠੀਕ ਹੈ। ਸਾਰਾ ਕੁਛ ਵਧੀਆ ਹੋ ਜਾਂਦਾ। ਦੂਜੀ ਗੱਲ ਇਹ ਕਿ ਕਹਿੰਦੇ ਕਿ ਥਰਡ ਥਿੰਗ ਇਜ਼ ਦੈਟ ਕਿ ਸਟਾਫ ਵੀ ਤੁਹਾਡਾ ਇੰਨਾ ਵਧੀਆ ਹੋਣਾ ਚਾਹੀਦਾ ਵਾ ਕਿ ਹਰ ਕੋਈ ਤੁਹਾਡੀ ਸ਼ੌਪ 'ਤੇ ਬਾਰ-ਬਾਰ ਵਿਜ਼ਿਟ ਕਰੇ। ਇਹ ਨਹੀਂ ਹੈ ਕਿ ਤੁਹਾਡਾ ਸਟਾਫ ਇੰਨਾ ਗੰਦਾ ਬੋਲੇ ਲੋਕਾਂ ਦੇ ਨਾਲ ਕਿ ਲੋਕ ਦੁਬਾਰਾ ਤੁਹਾਡੇ ਕੋਲ ਆਉਣ ਨਾ। ਸੋ ਰੀਸੈਂਟ ਟ੍ਰੈਂਡਸ ਦੇ ਵਿੱਚ ਆਪਾਂ ਫਸਟ ਆਫ ਆਲ ਪੜ੍ਹਿਆ ਕਿ ਕੰਪਿਊਟਰਾਈਜੇਸ਼ਨ ਹੋਣੀ ਚਾਹੀਦੀ ਹੈ ਨਵੇਂ ਆਫਿਸਿਸ ਦੇ ਵਿੱਚ ਤਾਂ ਜੋ ਹਰ ਇੱਕ ਚੀਜ਼ ਕੀ ਹੋ ਜਾਏ ਕੰਪਿਊਟਰਾਈਜੇਸ਼ਨ। ਸੈਕਿੰਡ ਥਿੰਗ ਇਜ਼ ਦੈਟ ਵੀ ਹੈਵ ਡਨ ਕਿ ਪੇਪਰਲੈਸ ਆਫਿਸ ਹੋ ਗਿਆ। ਕਿਉਂਕਿ ਕੰਪਿਊਟਰਸ ਜਦੋਂ ਘੱਟ ਗਏ ਨੇ ਵਰਕਰਸ ਦਾ ਕੰਮ ਰਿਪਲੇਸ ਕੌਣ ਕਰਦਾ? ਕੰਪਿਊਟਰ। ਸੋ ਕੰਪਿਊਟਰਸ ਦੇ ਨਾਲ ਕੀ ਹੋ ਗਿਆ? ਪੇਪਰਲੈਸ ਵਰਕ ਹੋ ਗਿਆ ਕਿ ਪੇਪਰ ਦਾ ਕੰਮ ਘੱਟ ਗਿਆ, ਆਪਾਂ ਪੇਪਰਸ ਦੇ ਉੱਤੇ ਕੰਮ ਘੱਟ ਕਰੀਦਾ। ਥਰਡ ਥਿੰਗ ਇਜ਼ ਦੈਟ ਮੋਬਾਈਲ ਆਫਿਸਿਸ, ਮੈਂ ਤੁਹਾਨੂੰ ਦੱਸਦਾ ਪਹਿਲਾਂ। ਫੋਰਥ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਫਿਫਥ ਇਜ਼ ਦ office management. Next one is what are the objectives and purposes of office। ਕੀ ਕਹਿੰਦੇ ਕਿ objectives ਦਾ ਮਤਲਬ ਕਿਉਂ ਆਫਿਸਿਸ ਖੋਲ੍ਹੇ ਜਾਂਦੇ ਨੇ, ਕੀ ਰੀਜ਼ਨ ਆ ਖੋਲ੍ਹਣ ਦਾ ਆਫਿਸ, ਕੀ ਲੋੜ ਪਈ ਆਫਿਸ ਖੋਲ੍ਹਣ ਦੀ। ਵਿਦਆਊਟ ਆਫਿਸ ਵੀ ਤਾਂ ਕੋਈ ਵੀ ਬਿਜ਼ਨਸ ਚੱਲ ਨਹੀਂ ਸਕਦਾ, ਕੀ ਲੋੜ ਪਈ ਆ। ਹੁਣ ਦੇਖੋ ਜੇ ਤੁਹਾਡਾ ਕੋਈ ਔਰਗਨਾਈਜੇਸ਼ਨ ਆ, ਤੁਹਾਡਾ ਜਿੱਦਾਂ ਆਪਾਂ ਮੰਨ ਕੇ ਚਲੋ ਔਰਗਨਾਈਜੇਸ਼ਨ ਕੋਈ ਵੀ ਹੋ ਸਕਦੀ, ਤੁਹਾਡਾ ਸਕੂਲ ਕਿ ਇੱਕ ਔਰਗਨਾਈਜੇਸ਼ਨ ਆ, ਤੁਹਾਡੇ ਸਕੂਲ ਦੇ ਵਿੱਚ ਆਫਿਸ ਦੀ ਕੀ ਜ਼ਰੂਰਤ ਆ? ਕਹਿੰਦੇ ਕੀ ਲੋੜ ਪਈ ਆਫਿਸ ਬਣਾਉਣ ਦੀ। ਵਿਦਆਊਟ ਸਕੂਲ ਦੇ ਵਿੱਚ ਵਿਦਆਊਟ ਆਫਿਸ ਤੋਂ ਬਿਨਾਂ ਵੀ ਤਾਂ ਕੰਮ ਹੋ ਹੀ ਸਕਦਾ। ਹੁਣ ਕੀ ਰੀਜ਼ਨਸ ਆ ਜਿਹਦਾ ਕਰਕੇ ਆਪਾਂ ਆਫਿਸ ਬਣਾਉਣਾ? ਫਸਟ ਆਫ ਆਲ ਕੀ ਕਹਿੰਦੇ? ਟੂ ਪ੍ਰੋਵਾਈਡ ਪ੍ਰੋਪਰ ਐਂਡ ਸਫੀਸ਼ੀਐਂਟ ਇਨਫੋਰਮੇਸ਼ਨ। ਕਹਿੰਦਾ ਆਫਿਸ ਇੱਕ ਇੱਦਾਂ ਦੀ ਚੀਜ਼ ਆ ਜਿੱਥੇ ਹਰ ਕਿਸੇ ਨੂੰ ਆਪਾਂ ਕਹਿ ਸਕਦੇ ਕਿ ਤੁਸੀਂ ਆਫਿਸ ਤੋਂ ਜਾ ਕੇ ਇਹ ਚੀਜ਼ ਇਨਫੋਰਮੇਸ਼ਨ ਲੈ ਸਕਦੇ ਜੋ। ਹੁਣ ਤੁਹਾਡੇ ਸਕੂਲ ਜੇ ਤੁਸੀਂ ਫੀਸ ਪੇ ਕਰਨ ਆਉਂਦੇ ਜਾਂ ਨਿਊ ਐਡਮਿਸ਼ਨ ਦਾ ਪਤਾ ਕਰਨ ਆਉਂਦੇ ਤਾਂ ਆਪਾਂ ਤੁਹਾਨੂੰ ਟੀਚਰਸ ਕੀ ਕਹਿੰਦੇ ਨੇ ਕਿ ਪੇਰੈਂਟਸ ਨੂੰ ਕੀ ਕਹਿੰਦੇ ਨੇ ਕਿ ਸਰ ਤੁਸੀਂ ਜਾ ਕੇ ਆਫਿਸ ਤੋਂ ਪਤਾ ਕਰ ਲਓ, ਠੀਕ ਹੈ। ਸੈਕਿੰਡ ਟੂ ਫੈਸਿਲੀਟੇਟ ਫੰਕਸ਼ਨਿੰਗ ਆਫ ਅਦਰ ਡਿਪਾਰਟਮੈਂਟ। ਕਹਿੰਦਾ ਆਫਿਸ ਇੱਕ ਇੱਦਾਂ ਦੀ ਚੀਜ਼ ਆ ਜਿੰਨੇ ਹੁਣ ਦੇਖੋ ਆਫਿਸ ਦੇ ਵਿੱਚੋਂ ਕੋਈ ਆਰਡਰ ਆਉਂਦਾ ਹੈ ਨਾ ਕਿ ਕੱਲ੍ਹ ਛੁੱਟੀ ਹੈ, ਠੀਕ ਹੈ ਨਾ, ਸਾਰਾ ਕੁਝ ਕੌਣ ਟਾਈਪ ਕਰਦਾ? ਆਫਿਸਿਸ ਵਾਲੇ। ਸੋ ਕਹਿੰਦੇ ਆ ਕਿ ਆਫਿਸ ਨੇ ਹੀ ਹਰ ਇੱਕ ਡਿਪਾਰਟਮੈਂਟ ਨੂੰ ਕੀ ਕੰਮ ਡਿਵਾਈਡ ਕਰਨਾ ਹੁੰਦਾ। ਥਰਡ ਥਿੰਗਸ ਟੂ ਫੈਸਿਲੀਟੇਟ ਡਿਸੀਜਨ ਮੇਕਿੰਗ। ਕਹਿੰਦਾ ਆਫਿਸ ਤੋਂ ਹੀ ਪ੍ਰਿੰਸੀਪਲ ਸਰ ਆ, ਜੇ ਮੰਨ ਕੇ ਚਲੋ ਹੁਣ ਆਫਿਸ ਦੇ ਵਿੱਚ ਪ੍ਰਿੰਸੀਪਲ ਸਰ ਹੀ ਹਰ ਇੱਕ ਚੀਜ਼ ਡਿਸਾਈਡ ਕਰਦੇ ਨੇ। ਸੋ ਕਹਿੰਦੇ ਕਿ ਆਫਿਸ ਉਹ ਵਾਲੀ ਜਗ੍ਹਾ ਵਾ ਜਿੱਥੇ ਹਰ ਇੱਕ ਆਪਾਂ ਡਿਸੀਜਨ ਨੂੰ ਡਿਸਾਈਡ ਕਰਦੇ ਕਿ ਆਹ ਕੰਮ ਕਰੀਏ, ਆਹ ਕਿੱਦਾਂ ਕਰੀਏ। ਟੂ ਪ੍ਰੀਜ਼ਰਵ ਆਲ ਕਾਈਂਡਸ ਆਫ ਰਿਕਾਰਡਸ ਆਫ ਬਿਜ਼ਨਸ। ਕਹਿੰਦਾ ਆਫਿਸ ਦੇ ਵਿੱਚ ਹੁਣ ਤੁਹਾਡਾ ਆਫਿਸ ਇੱਕ ਤਾਂ ਤੁਹਾਡਾ ਪ੍ਰਿੰਸੀਪਲ ਸਰ ਦਾ ਆਫਿਸ ਹੋ ਗਿਆ ਜਿੱਥੇ ਹਰ ਇੱਕ ਡਿਸੀਜਨ ਲਿਆ ਜਾਂਦਾ। ਦੂਜਾ ਤੁਹਾਡਾ ਕਿਹੜਾ ਆਫਿਸ ਆ? ਜਿੱਥੇ ਸੁਪਰੀਡੈਂਟ ਸਰ ਬੰਦੇ ਆ, ਠੀਕ ਹੈ। ਸੋ ਕਹਿੰਦੇ ਆ ਕਿ ਆਫਿਸ ਇੱਕ ਇੱਦਾਂ ਦੀ ਚੀਜ਼ ਆ ਜਿੱਥੇ ਆਪਾਂ ਹਰ ਇੱਕ ਰਿਕਾਰਡ ਰੱਖ ਸਕਦੇ ਹਾਂ, ਹਰ ਇੱਕ ਚੀਜ਼ ਦਾ ਰਿਕਾਰਡ ਰੱਖ ਸਕਦੇ ਹਾਂ। ਹੁਣ ਦੇਖੋ ਤੁਹਾਡੇ ਸਕੂਲ ਦੇ ਆਫਿਸ ਦੇ ਵਿੱਚ ਸੁਪਰੀਡੈਂਟ ਸਰ ਕੋਲ ਤੁਹਾਡਾ ਹਰ ਇੱਕ ਰਿਕਾਰਡ ਹੈਗਾ ਹੈ ਕਿ ਤੁਸੀਂ ਕਦੋਂ ਐਡਮਿਸ਼ਨ ਲਈ ਸੀ, ਕਿਹੜੀ ਕਲਾਸ ਦੇ ਵਿੱਚ, ਤੁਹਾਡਾ ਡੇਟ ਆਫ ਬਰਥ ਕੀ ਆ। ਸੋ ਆਫਿਸ ਦੇ ਵਿੱਚ ਆਪਾਂ ਹਰ ਇੱਕ ਰਿਕਾਰਡ ਕੀ ਹੋਇਆ ਹੁੰਦਾ ਵਾ ਰੱਖਿਆ ਜਾਂਦਾ ਹੈ, ਠੀਕ ਹੈ। ਫਿਫਥ ਵਨ ਇਜ਼ ਟੂ ਪਲਾਨ ਦ ਐਕਟੀਵਿਟੀਜ਼ ਐਂਡ ਇੰਪਲੀਮੈਂਟੇਸ਼ਨ ਆਫ ਸੱਚ ਪਲਾਨਸ ਐਂਡ ਪੋਲਿਸੀਜ਼। ਕਹਿੰਦਾ ਆਫਿਸ ਦੇ ਵਿੱਚ ਬਹਿ ਕੇ ਹੀ ਪ੍ਰਿੰਸੀਪਲ ਸਰ ਕੀ ਬਣਾਉਂਦੇ? ਪਲਾਨਸ ਬਣਾਉਂਦੇ ਨੇ। ਪਲਾਨ ਕੀ ਬਣਾਇਆ? ਹੁਣ ਕੀ ਬਣਾਇਆ?
ਪਲਾਨ ਕਿ ਸਕੂਲ ਦੇ ਵਿੱਚ ਕਲਾਸਿਸ ਨਹੀਂ ਲੱਗਣੀਆਂ ਤਾਂ ਸੋ ਆਪਾਂ ਪਲਾਨ ਕੀ ਬਣਾਏਗੇ ਆਨਲਾਈਨ ਸਟੱਡੀ ਬੱਚੇ ਕਰਨ ਸੋ ਆਫਿਸ ਦੇ ਵਿੱਚ ਬਹਿ ਕੇ ਹੀ ਪਲਾਨਸ ਬਣਦੇ ਨੇ ਟੂ ਕੋਆਰਡੀਨੇਟ ਦ ਐਕਟੀਵਿਟੀਜ਼ ਆਫ ਆਲ ਦ ਡਿਪਾਰਟਮੈਂਟਸ ਆਫ ਬਿਜ਼ਨਸ ਆਰਗੇਨਾਈਜੇਸ਼ਨ ਕੋਆਰਡੀਨੇਟ ਦਾ ਮਤਲਬ ਹੁੰਦਾ ਹੈ ਕਿ ਹਰ ਇੱਕ ਨੂੰ ਇਕੱਠਾ ਕਰਕੇ ਤੁਰਨਾ ਹੁਣ ਦੇਖੋ ਜਿੱਦਾਂ ਮੈਂ ਤੇ ਤੁਹਾਨੂੰ ਸ਼ਰਮਾ ਸਰ ਪੜ੍ਹਾ ਰਹੇ ਹਾਂ ਸੋ ਕਹਿੰਦੇ ਨੇ ਕਿ ਇੱਕ ਡਿਪਾਰਟਮੈਂਟ ਦੇ ਵਿੱਚ 2 ਟੀਚਰਸ ਨਾਲ ਜੇ ਇੱਕ ਡਿਪਾਰਟਮੈਂਟ ਦੇ ਵਿੱਚ ਇੰਨੇ ਜ਼ਿਆਦਾ ਵਰਕਰਸ ਆ ਤਾਂ ਆਪਸ ਦੇ ਵਿੱਚ ਉਹਨਾਂ ਦਾ ਤਾਲਮੇਲ ਹੋਣਾ ਚਾਹੀਦਾ ਤਾਲਮੇਲ ਦਾ ਮਤਲਬ ਇਹ ਹੈ ਕਿ ਉਹ ਆਪਸ ਦੇ ਵਿੱਚ ਇਹ ਨਹੀਂ ਹੋਣੇ ਚਾਹੀਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਆਪਸ ਦੇ ਵਿੱਚ ਇਕੱਠੇ ਰਹਿਣਾ ਸੋ ਆਫਿਸ ਦਾ ਕੰਮ ਇਹ ਆ ਕਿ ਜਿਹੜੇ ਵਰਕਰਸ ਆ ਉਹਨਾਂ ਨੂੰ ਆਪਸ ਦੇ ਵਿੱਚ ਕੀ ਕਰਨਾ ਇਕੱਠਿਆਂ ਕਰਨਾ ਨਾ ਕਿ ਉਹਨਾਂ ਨੂੰ ਤੋੜਨਾ ਠੀਕ ਹੈ ਨੈਕਸਟ ਪੁਆਇੰਟ ਇਜ਼ ਦੈਟ ਟੂ ਹੈਂਡਲ ਇਨਵਰਡ ਐਂਡ ਆਊਟਵਰਡ ਕੋਰਸਪੋਂਡੈਂਸ ਬੱਚੇ ਇਨਵਰਡ ਦਾ ਮਤਲਬ ਹੁੰਦਾ ਕਿ ਜਿਹੜੇ ਅੰਦਰਲੇ ਮਸਲੇ ਆਊਟਵਰਡ ਦਾ ਮਤਲਬ ਹੁੰਦਾ ਬਾਹਰਲੇ ਮਸਲੇ ਠੀਕ ਹੈ ਸੋ ਕਹਿੰਦਾ ਕਿ ਆਫਿਸ ਇੱਕ ਇੱਦਾਂ ਦੀ ਜਗ੍ਹਾ ਵਾ ਜਿੱਥੇ ਬਹਿ ਕੇ ਆਪਾਂ ਅੰਦਰਲੇ ਮਸਲੇ ਵੀ ਹੱਲ ਕਰ ਸਕਦੇ ਤੇ ਬਾਹਰਲੇ ਵੀ ਠੀਕ ਹੈ ਟੂ ਹੈਵ ਆਈਡਲ ਫਲੋ ਆਫ ਵਰਕ ਵਿਦਆਊਟ ਐਨੀ ਬੋਟਲ ਨੈਕਸ ਕਹਿੰਦੇ ਕਿ ਆਫਿਸ ਦੇ ਵਿੱਚ ਬਹਿ ਕੇ ਹੀ ਆਪਾਂ ਇਹ ਡਿਸਾਈਡ ਕਰ ਸਕਦੇ ਪ੍ਰਿੰਸੀਪਲ ਸਰ ਇਹ ਡਿਸਾਈਡ ਕਰਦੇ ਕਿ +1 ਦੇ ਵਿੱਚ ਕਿਹੜੇ ਟੀਚਰ ਨੇ ਕਿੰਨੇ ਬੱਚਿਆਂ ਨੂੰ ਪੜ੍ਹਾਉਣਾ ਹੈ ਨਾ ਕਿਹੜੇ ਟੀਚਰ ਨੇ ਕਿਹੜਾ ਸਬਜੈਕਟ ਪੜ੍ਹਾਉਣਾ ਸੋ ਕਹਿੰਦੇ ਆ ਕਿ ਆਫਿਸ ਦੇ ਵਿੱਚ ਬਹਿ ਕੇ ਹੀ ਆਪਾਂ ਇਹ ਸਾਰਾ ਕੁਝ ਡਿਸਾਈਡ ਕਰਦੇ ਕਿ ਕੰਮ ਨੂੰ ਹੈਂਡਲ ਕਿੱਦਾਂ ਕਰਨਾ ਹੈ ਸੋ ਆਫਿਸ ਦੀ ਤਾਂ ਕਰਕੇ ਜ਼ਰੂਰਤ ਪੈਂਦੀ ਹੈ ਠੀਕ ਹੈ ਜੀ ਬੱਚੇ ਨੈਕਸਟ ਵਨ ਇਜ਼ ਦੈਟ ਕਿ what are the characteristics nature features of an office ਬੱਚੇ ਇਹ ਜਿਹੜਾ ਟੌਪਿਕ ਹੈ ਮੈਂ ਤੁਹਾਨੂੰ ਕੱਲ੍ਹ ਕਰਵਾਵਾਂਗੀ ਬਟ ਤੁਸੀਂ ਹਾਲੇ ਤੱਕ ਇਹ ਦੇਖੋ ਕਿ ਤੁਹਾਨੂੰ ਕੋਈ ਕੁਆਰੀਜ਼ ਹੈਗੀਆਂ ਤੁਹਾਨੂੰ ਜੇ ਕੋਈ ਕੁਐਸਚਨ ਪੁੱਟ ਕਰਨਾ ਤੁਸੀਂ ਕਰ ਸਕਦੇ ਹੋ ਦੈਟਸ ਆਲ ਫॉर ਟੂਡੇ ਅੱਜ ਆਪਾਂ 2 ਟੌਪਿਕ ਕੀਤੇ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਓ ਪਹਿਲਾਂ ਤਾਂ ਆਪਾਂ ਪੜ੍ਹੇ ਰੀਸੈਂਟ ਟ੍ਰੈਂਡਸ ਦੈਨ ਵੀ ਹੈਵ ਡਨ ਕਿ ਕੀ ਲੋੜ ਆ ਬਿਜ਼ਨਸ ਖੋਲ੍ਹਣ ਦੀ ਵਟ ਆਰ ਦ ਪਰਪਸਿਸ ਆਫ ਬਿਜ਼ਨਸ ਸੋ ਯੂ ਸ਼ੁਡ ਹੈਵ ਟੂ ਡੂ these 2 topics day after tomorrow we will study what are the characteristics nature or features of an office that's all for today students thank you